ਸਾਰੇ ਹੀ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਵਿਜੇ ਮੌਰਿਆ ਤੇ ਤੁਸੀਂ ਦੇਖ ਰਹੇ ਹੋ ਖਬਰ ਪੜਤਾਲ ਵਿੱਚ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਗੱਲ ਕਰਾਂਗੇ। ਪਹਿਲੀ ਜਿਹੜੀ ਵੱਡੀ ਖਬਰ ਹੈ ਨਵਜੋਤ ਸਿੰਘ ਸਿੱਧੂ ਦੀ ਹੈ। ਨਵਜੋਤ ਸਿੰਘ ਸਿੱਧੂ ਨੇ ਅਰਦਾਸ ਕੀਤੀ ਹੈ। ਇਸ ਤੋਂ ਇਲਾਵਾ ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਚੰਨੀ ਸਰਕਾਰ ਦੁਆਰਾ ਜਿਹੜਾ ਸੈਸ਼ਨ ਬੁਲਾਇਆ ਗਿਆ ਸੀ ਉਹਦੀ ਡੇਟ ਬਦਲੀ ਹੈ, ਉਹਦੇ ਦਿਨ ਅੱਗੇ ਕਰ ਦਿੱਤੇ ਸੀ, ਉਹਦੇ ਤੇ ਬੜੇ ਆਰੋਪ ਲਾਏ ਹੈ ਔਰ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਵੀ ਸਵਾਲ ਚੱਕੇ ਹੈ। ਤੇ ਤੀਸਰਾ ਮੁੱਦਾ ਹੈਗਾ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਦੇ ਵਿੱਚ। ਉਹਨਾਂ ਨੇ ਕੱਲ ਹੋਈ ਇਸ ਪ੍ਰੈਸ ਕਾਨਫਰੰਸ 'ਚ ਕੀ ਗੱਲਾਂ ਕੀਤੀਆਂ ਔਰ ਕਿਆ ਫਾਇਦੇ ਪੰਜਾਬ ਨੂੰ ਦਿੱਤੇ ਹੈ ਉਹਦੇ ਤੇ ਗੱਲ ਕਰਾਂਗੇ। ਡੱਲਾ ਸਾਹਿਬ, ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਬਹੁਤ-ਬਹੁਤ ਧੰਨਵਾਦ ਵਿਜੇ ਮੌਰਿਆ ਜੀ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ। ਦੇਖੋ, ਕੱਲ ਦਾ ਜਿਹੜਾ ਦੌਰਾ ਸੀ ਸਰਦਾਰ ਨਵਜੋਤ ਸਿੰਘ ਸਿੱਧੂ ਹੋਣਾ ਦਾ, ਕਰਤਾਰਪੁਰ ਸਾਹਿਬ ਕੋਰੀਡੋਰ ਉਹ ਗਏ ਔਰ ਡੇਰਾ ਬਾਬਾ ਨਾਨਕ ਵੀ ਗਏ। ਉੱਥੇ ਦੂਰਬੀਨ ਦੇ ਜ਼ਰੀਏ ਉਹਨਾਂ ਨੇ ਦਰਸ਼ਨ ਵੀ ਕੀਤੇ ਸ਼੍ਰੀ ਕਰਤਾਰਪੁਰ ਸਾਹਿਬ ਗੁਰਦੁਆਰਾ ਦੇ ਔਰ ਬਾਬੇ ਨਾਨਕ ਨੂੰ ਧਿਆਇਆ, ਅਰਦਾਸ ਕੀਤੀ ਔਰ ਬਾਅਦ ਦੇ ਵਿੱਚ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਨਵਜੋਤ ਸਿੰਘ ਸਿੱਧੂ ਨੇ। ਔਰ ਸਪਸ਼ਟ ਤੌਰ ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦੁਬਾਰਾ ਸ਼੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਹੈ ਜਿਹੜਾ ਇਹ ਖੋਲਿਆ ਜਾਣਾ ਚਾਹੀਦਾ ਹੈ। ਲਾਂਘੇ ਦੇ ਜ਼ਰੀਏ ਸੰਗਤਾਂ ਗੁਰੂ ਦੇ ਦਰਸ਼ਨ ਕਰਕੇ ਆਉਣ ਔਰ ਉਹਨਾਂ ਇਸ ਗੱਲ ਦੇ ਉੱਤੇ ਵੀ ਚਿੰਤਾ ਪ੍ਰਗਟ ਕੀਤੀ ਕਿ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬਣਨਾ ਸੀ ਉਦੋਂ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਭਾਰਤ ਸਰਕਾਰ ਦੇ ਵੱਖ-ਵੱਖ ਏਜੰਸੀਆਂ ਵੱਲੋਂ ਇਹ ਕਿਹਾ ਗਿਆ ਸੀ ਕਿ ਇੱਥੇ ਇੱਕ ਦਰਸ਼ਨੀ ਸਥਲ ਵੀ ਸਥਾਪਿਤ ਕੀਤਾ ਜਾਏਗਾ ਜਿਹੜਾ ਕਿ ਬਹੁਤ ਆਧੁਨਿਕ ਤਕਨੀਕ ਦੇ ਨਾਲ ਲੈਸ ਹੋਏਗਾ। ਕਿਉਂਕਿ ਦੇਖਣ ਵਾਲੀ ਗੱਲ ਇਹ ਹੈ ਕਿ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਇਸ ਕੋਰੀਡੋਰ ਦੇ ਜ਼ਰੀਏ ਉਹ ਲੋਕ ਜਾ ਸਕਦੇ ਨੇ ਜਿਨ੍ਹਾਂ ਕੋਲੇ ਪਾਸਪੋਰਟ ਨੇ ਔਰ ਦੇਸ਼ ਦੁਨੀਆ ਦੀ ਇੱਕ ਵੱਡੀ ਆਬਾਦੀ ਅਜਿਹੀ ਹੈ, ਖਾਸ ਤੌਰ ਤੇ ਪੰਜਾਬ ਦੇ ਸਾਡੇ ਪਿੰਡਾਂ 'ਚ ਇੱਕ ਵੱਡੀ ਆਬਾਦੀ ਇਹੀ ਹੈ, ਅਜਿਹੀ ਹੈ ਜਿਨ੍ਹਾਂ ਦੀਆਂ ਉਮਰਾਂ ਵੀ ਬਹੁਤ ਸਿਆਣੀਆਂ ਹੋਣਗੀਆਂ, ਜਿਨ੍ਹਾਂ ਕੋਲੇ ਪਾਸਪੋਰਟ ਨਹੀਂ ਨੇ। ਉਹ ਲੋਕਾਂ ਨੂੰ ਦਰਸ਼ਨ ਦੀਦਾਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਉੱਥੇ ਜਿਹੜਾ ਦੂਰਬੀਨ ਦਾ ਪ੍ਰਬੰਧ ਹੈ ਉਹ ਵੀ ਉਹਨਾਂ ਜ਼ਿਆਦਾ ਇਸ ਵਕਤ ਅਨੁਕੂਲ ਨਹੀਂ ਹੈ ਸੰਗਤਾਂ ਦੇ। ਔਰ ਲਗਭਗ 4 ਤੋਂ 5 ਹਜ਼ਾਰ ਦੇ ਕਰੀਬ ਸੰਗਤਾਂ ਲਗਭਗ ਔਸਤਨ ਉੱਥੇ ਗੁਰੂ ਦੇ ਦਰਸ਼ਨਾਂ ਦੇ ਲਈ ਜਾਂਦੀਆਂ ਨੇ। ਅਜਿਹੀ ਸਥਿਤੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਕੱਲ ਇੱਕ ਬਹੁਤ ਵੱਡੀ ਮੰਗ ਉੱਥੇ ਕੀਤੀ ਹੈ ਕਿ ਭਾਰਤ ਸਰਕਾਰ ਔਰ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਅਗਰ ਉਹ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਾਲ ਇੱਕ ਦਰਸ਼ਨੀ ਸਥਲ ਵੀ ਸਥਾਪਿਤ ਕਰਾਂਗੇ ਜਿੱਥੇ ਦੂਰਬੀਨਾਂ ਵੀ ਸਥਾਪਿਤ ਕੀਤੀਆਂ ਜਾਣਗੀਆਂ ਤਾਂ ਕਿ ਲੋਕ ਦਰਸ਼ਨ ਕਰ ਸਕਣ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਗਰ ਭਾਰਤ ਸਰਕਾਰ ਸਮਰੱਥ ਨਹੀਂ ਹੈ ਤੇ ਉਹ ਪੰਜਾਬ ਸਰਕਾਰ ਇਹ ਜ਼ਿੰਮੇਵਾਰੀ ਚੱਕਣ ਨੂੰ ਤਿਆਰ ਹੈ। ਅਸੀਂ ਜਿਹੜੇ ਨੇ ਇਹ ਪੂਰੇ ਦਰਸ਼ਨੀ ਸਥਲ ਦੀ ਉੱਥੇ ਸਥਾਪਨਾ ਕਰਾਂਗੇ ਤਾਂ ਕਿ ਸੰਗਤਾਂ ਨੂੰ ਦਿੱਕਤਾਂ ਨਾ ਆਉਣ। ਉੱਥੇ ਗੁਰਦੁਆਰਾ ਸਾਹਿਬ ਦੀ ਬਹੁਤ ਮਾਨਤਾ ਹੈ, ਬਹੁਤ ਦੂਰੋਂ ਸੰਗਤ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਡੇਰਾ ਬਾਬਾ ਨਾਨਕ ਮੱਥਾ ਟੇਕਣ ਆਉਂਦੀ ਹੈ। ਔਰ ਕੱਲ ਨਵਜੋਤ ਸਿੰਘ ਸਿੱਧੂ ਨੇ ਜਦੋਂ ਅਰਦਾਸ ਕੀਤੀ ਬਾਬਾ ਨਾਨਕ ਦੇ ਅੱਗੇ, ਉਹਨਾਂ ਕਿਸਾਨ ਅੰਦੋਲਨ ਦੇ ਲਈ ਵੀ ਇੱਕ ਤਰੀਕੇ ਨਾਲ ਇਨਸਾਫ ਮੰਗਿਆ ਕਿ ਸਾਡੇ ਜਿਹੜੇ ਕਿਸਾਨ ਨੇ, ਜਿਹੜਾ ਅੰਨਦਾਤਾ ਹੈ, ਉਹਨਾਂ ਅਰਦਾਸ ਕੀਤੀ ਬਾਬਾ ਨਾਨਕ ਤੋਂ ਕਿ ਉਹਨਾਂ ਦੇ ਨਾਲ ਵੀ ਜਿਹੜਾ ਇਨਸਾਫ ਹੋਵੇ ਔਰ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਇਨਸਾਫ ਦੇਣ ਦੇ ਲਈ ਅੱਗੇ ਆਉਣ। ਸੋ ਕਰਤਾਰਪੁਰ ਸਾਹਿਬ ਦਾ ਜਿਹੜਾ ਦੌਰਾ ਸੀ ਕੋਰੀਡੋਰ, ਕਰਤਾਰਪੁਰ ਸਾਹਿਬ ਕੋਰੀਡੋਰ, ਕਿਉਂਕਿ ਉਹ ਭਾਰਤ ਵਾਲੇ ਪਾਸੇ ਡੇਰਾ ਬਾਬਾ ਨਾਨਕ ਹੀ ਰਹੇ। ਸੋ ਨਵਜੋਤ ਸਿੰਘ ਸਿੱਧੂ ਦੇ ਜਾਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਵੀ ਟਵੀਟ ਕੀਤਾ ਦੁਪਹਿਰ ਦੇ ਕਰੀਬ। ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਚਿੱਠੀ ਲਿਖੀ, ਚਰਨਜੀਤ ਚੰਨੀ ਉਹਨਾਂ ਨੇ ਵੀ ਚਿੱਠੀ ਲਿਖੀ। ਇਸ ਤਰੀਕੇ ਦੀਆਂ ਗੱਲਾਂ ਨੇ ਔਰ ਕੇਂਦਰ ਸਰਕਾਰ ਤੋਂ ਮੰਗ ਕੀਤੀ। ਇਹ ਸਮੂਹਿਕ ਜ਼ਿੰਮੇਵਾਰੀ ਹੈ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲੇ, ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੇ ਲਈ ਸਾਡੀਆਂ ਸੰਗਤਾਂ ਜਾਣ। ਔਰ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਸਾਰੇ ਮੁੱਦੇ ਚੱਕੇ, ਇੱਕ ਵਾਰੀ ਉਹ ਜ਼ਰੂਰ ਸੁਣ ਲਈਏ। ਊਰਜਾ ਨਾਲ ਇੱਕ ਰਹਿਣ ਦਾ ਜੀ ਕਰਦਾ। ਇਸੇ ਤਰ੍ਹਾਂ ਕਰੋੜਾਂ ਸ਼ਰਧਾਲੂਆਂ ਦੀ ਤਾਂਘ ਹੈ, ਪਿਆਸ ਹੈ ਬਾਬੇ ਦੇ ਜਿਹੜੀ ਕਿਰਤ ਕੀਤੀ ਹੋਈ ਜਗ੍ਹਾ ਉੱਥੇ ਸਾਫਾ ਲਾ ਕੇ ਸੇਧ ਲੈਣ ਦਾ। ਸਾਡਾ ਚਾਨਣ ਮਨਾਰਾ, ਸਾਡਾ ਮਾਪਾ ਇਹੀ ਹੈ। ਲੋਕਾਂ ਦੇ ਮਾਪੇ ਹੁੰਦੇ, ਮੈਂ ਤੇ ਮੇਰੇ ਮਾਂ ਬਾਪ ਦੇ ਜਾਣ ਤੋਂ ਬਾਅਦ ਇਹਨਾਂ ਨੂੰ ਹੀ ਆਪਣੇ ਮਾਪੇ ਮੰਨਿਆ। ਸਾਡਾ ਮਾਈ ਬਾਪ ਇਹ ਹੈ।
ਅੱਜ ਦੀ ਸਭ ਤੋਂ ਵੱਡੀ ਮੰਗ ਹੀ ਇਹ ਹੈ ਕਿ ਜਦੋਂ ਪਹਿਲਾ ਲਾਂਘਾ ਚੱਲਿਆ ਸੀ ਕੋਵਿਡ ਤੋਂ ਪਹਿਲਾਂ, ਇੱਕ ਦਿੱਕਤ ਪਰੇਸ਼ਾਨੀ ਨਹੀਂ ਹੋਈ। ਕਰੀਬ 70,000 ਬੰਦਿਆਂ ਨੇ ਇੱਥੇ ਦਰਸ਼ਨ ਦੀਦਾਰੇ ਕੀਤੇ। ਅਮਨ ਮਾਨ ਦਾ ਪ੍ਰਤੀਕ, ਆਪਸੀ ਭਾਈਚਾਰੇ ਦਾ ਪ੍ਰਤੀਕ, ਪੀਪਲ ਟੂ ਪੀਪਲ ਕੰਟੈਕਟ ਦਾ ਪ੍ਰਤੀਕ, ਅ ਕੋਰੀਡੋਰ ਆਫ ਇਨਫਿਨਿਟ ਪੋਸੀਬਿਲਿਟੀਜ਼, ਅਸੰਖ ਸੰਭਾਵਨਾਵਾਂ ਦਾ ਇਹ ਕੋਰੀਡੋਰ ਹੈ। ਔਰ ਇੰਨੀਆਂ ਸੰਭਾਵਨਾਵਾਂ ਨੇ ਜਿਹੜੀਆਂ ਅਨੰਤ ਕਹਿੰਦੇ ਆ ਨਾ, ਉਸ ਤਰੀਕੇ ਦੀ। ਦੂਜੀ ਗੱਲ, 75% ਲੋਕ ਜਿਹੜੇ ਇੱਥੇ ਆਉਂਦੇ ਆ ਉਹਨਾਂ ਕੋਲ ਪਾਸਪੋਰਟ ਹੈ ਨਹੀਂ। ਅੱਜ ਵੀ ਬਾਬਾ ਜੀ ਦੇ ਗੁਰਦੁਆਰੇ ਦਰਸ਼ਨ ਕਰਕੇ ਇੱਥੇ ਕਰੀਬ 5,000 ਬੰਦਾ ਦਰਸ਼ਨ ਕਰਨਾ। ਮੈਂ ਚਿੱਠੀ ਵੀ ਲਿਖਾਂਗਾ। ਮੇਰੀ ਹਿੰਦੁਸਤਾਨ ਦੇ ਹੋਮ ਮਿਨਿਸਟਰ ਸਾਹਿਬ ਨੂੰ ਇਹ ਦਰਖਾਸਤ ਹੈ। ਬਾਬੇ ਨਾਨਕ ਦਾ ਇੱਕ ਨਿਮਾਣਾ ਸਿੱਖ, ਉਹਦਾ ਨੌਕਰ, ਇੱਕ ਵਿਨਮਰ ਬੇਨਤੀ ਕਰ ਰਿਹਾ ਕਿ ਲੈਂਡ ਪੋਰਟ ਅਥਾਰਟੀ ਅੱਜ ਤੋਂ 1.5 ਸਾਲ ਪਹਿਲਾਂ ਵਚਨਬੱਧ ਹੋ ਕੇ ਕਹਿ ਕੇ ਗਈ ਸੀ ਕਿ ਉਹ 100 ਮੀਟਰ ਚੌੜਾ ਤੇ 60 ਮੀਟਰ ਉੱਚਾ ਇੱਥੇ ਦਰਸ਼ਨ ਸਥਲ ਬਣਾਉਣਗੇ। ਉਹ ਜਿਹੜਾ ਦਰਸ਼ਨ ਸਥਲ ਹੈ ਉਹਦੇ ਨਾਲ ਤੁਸੀਂ ਸੋਚ ਨਹੀਂ ਸਕਦੇ ਕਿ ਕਿੰਨੇ ਲੋਕ ਤ੍ਰਿਪਤ ਹੋ ਕੇ ਜਾਂਦੇ ਆ। ਮੈਂ ਜਾਣਦਾ ਕਿ ਮੇਰੇ ਤਾਇਆ ਜੀ ਇਸ ਮਿੱਟੀ ਨੂੰ ਆਪਣੀਆਂ ਅੱਖਾਂ ਦੇ ਉੱਤੇ ਲਾ ਕੇ ਰੋਂਦੇ ਹੁੰਦੇ ਸੀ। ਉਹੋ ਜਿਹੇ ਕਰੋੜਾਂ ਲੋਕ ਨੇ। ਮੇਰੀ ਇਹ ਬੇਨਤੀ ਹੈ, ਇਹ ਰਿਕੁਐਸਟ ਹੈ ਹੋਮ ਮਿਨਿਸਟਰ ਨੂੰ ਔਰ ਭਾਰਤ ਸਰਕਾਰ ਨੂੰ ਕਿ ਤੁਹਾਡੇ ਸਿਕਿਉਰਿਟੀ ਰੀਜ਼ਨ ਹੋ ਸਕਦੇ, ਤੁਹਾਨੂੰ ਜ਼ਿਆਦਾ ਪਤਾ ਹੋਊਗਾ। ਮੈਂ ਤਾਂ ਬਾਬੇ ਦੀ ਮਿਹਰ ਦੇ ਵਿੱਚ ਵਿਸ਼ਵਾਸ ਰੱਖਦਾ। ਜਦੋਂ ਬਾਬੇ ਦੀ ਮਿਹਰ ਹੋਈ ਸੀ, ਲੱਖ ਵਿਰੋਧਾਂ ਦੇ ਬਾਵਜੂਦ ਵੀ ਇਹ ਲਾਂਘਾ ਖੁੱਲ੍ਹਿਆ ਸੀ। ਔਰ ਇਹ ਲਾਂਘਾ ਖੁੱਲ੍ਹਣਾ ਹੀ ਖੁੱਲ੍ਹਣਾ, ਕਿਉਂਕਿ ਸਿੱਖਾਂ ਦੀ ਤਾਂਘ ਹੈ ਇਹ। ਸਿੱਖ ਇੱਥੋਂ ਊਰਜਾ ਲੈਂਦੇ ਹੈ। ਹਿੰਦੂ, ਮੁਸਲਮਾਨ, ਈਸਾਈ, ਹਰ ਧਰਮ ਇਸ ਗੁਰੂਦੁਆਰੇ ਤੋਂ ਸੇਧ ਲੈਂਦਾ ਹੈ। ਜਗਤ ਗੁਰੂ ਹੈ ਬਾਬਾ ਜੀ। ਮੇਰੀ ਇਹ ਬੇਨਤੀ ਹੈ ਕਿ ਦਰਸ਼ਨ ਦੀਦਾਰੇ ਵਾਸਤੇ ਐਟਲੀਸਟ ਜੋ ਉਹ ਵਚਨ ਸੀ ਉਹ ਪੂਰਾ ਹੋਵੇ। ਦੇਰੀ ਕਿਉਂ ਸਮਝਦੇ ਹੋ, ਕਿਉਂ ਹੋ ਰਹੀ ਹੈ ਦੇਰੀ? ਦੇਖੋ, ਇਹਦਾ ਜਵਾਬ ਉਹ ਦੇ ਸਕਦੇ ਆ, ਲੇਕਿਨ ਮੈਂ ਇੱਕ ਚਿੱਠੀ ਵੀ ਲਿਖੂੰਗਾ, ਰਿਮਾਈਂਡਰ ਵੀ ਦਊਂਗਾ। ਅੱਛਾ, ਇਹ ਵੀ ਹੈ ਵੀ ਉਹਦੇ 'ਚ ਕੋਈ ਪੈਸੇ ਜ਼ਿਆਦਾ ਖਰਚ ਨਹੀਂ ਹੋਣੇ। ਇੱਕ ਥੋੜ੍ਹੀ ਜਿਹੀ ਇੱਛਾ ਸ਼ਕਤੀ ਦੀ ਗੱਲ ਹੈ, ਪੋਲੀਟੀਕਲ ਵਿਲ ਦੀ ਗੱਲ ਹੈ। ਅਗਰ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਕੋਈ ਕੰਟਰੈਕਟ ਦੀ ਗੱਲ ਹੈ ਜਾਂ ਫਲਾਣੇ ਦੀ ਗੱਲ ਹੈ, ਤੇ ਉਹ ਪੰਜਾਬ ਸਰਕਾਰ ਨੂੰ ਕਹਿਣ। ਤੇ ਮੈਂ ਇਹ ਤੁਹਾਨੂੰ ਗਰੰਟੀ ਦਿੰਦਾ ਕਿ ਪੰਜਾਬ ਸਰਕਾਰ ਪਹਿਲ ਦੇ ਆਧਾਰ ਦੇ ਉੱਤੇ ਉਹ ਕੰਮ ਕਰਕੇ ਦਊਗੀ, ਕਿਉਂਕਿ ਘੱਟ ਤੋਂ ਘੱਟ ਨਹੀਂ 4-5 ਦੂਰਬੀਨਾਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ। ਜਦੋਂ ਇਹੋ ਜਿਹਾ ਸਮਾਂ ਆਉਂਦਾ, ਹੁਣ ਦੇਖੋ ਤੁਸੀਂ, ਪੂਰਾ ਖੁੱਲ੍ਹਾ ਦਰਸ਼ਨ ਦੀਦਾਰ ਹੁੰਦਾ ਹੈ। ਦੇਖੋ, ਅਸੀਂ ਤਾਂ ਇਹੀ ਚਾਹਾਂਗੇ ਕਿ ਇਹ ਲਾਂਘਾ ਖੁੱਲ੍ਹਾ ਰਹੇ, ਪਰ ਜੇ ਇਨ ਕੇਸ ਇਹ ਬੰਦ ਵੀ ਹੁੰਦਾ ਕਿਸੇ ਕਾਰਨ ਵਰਸ਼, ਤੇ ਫਿਰ ਉਹ ਜਿਹੜੀ ਲੈਂਡ ਪੋਰਟ ਅਥਾਰਟੀ ਵਾਲੀ ਜਿਹੜੀ ਥਾਂ ਹੈ 100 ਮੀਟਰ ਚੌੜੀ, 60 ਮੀਟਰ ਉੱਚੀ, ਉੱਥੇ ਆ ਕੇ ਹਰੇਕ ਬੰਦੇ ਨੂੰ ਇੰਨਾ ਅਖਤਿਆਰ ਹੋਵੇ ਕਿ ਉਹ ਬਾਬਾ ਜੀ ਦੇ ਦਰ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਕੇ ਜਾਵੇ। ਡੱਲਾ ਸਾਹਿਬ, ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕਰਕੇ ਚੰਨੀ ਸਾਹਿਬ ਦੀ ਜਿਹੜੀ ਸਰਕਾਰ ਹੈ ਉਹਦੇ ਤੇ ਔਰ ਜਿਹੜੇ ਵਿਧਾਨ ਸਭਾ ਸੈਸ਼ਨ ਦੇ ਵਿੱਚ ਦਿਨ ਵਧਾਏ ਹੈ ਉਸ ਨੂੰ ਲੈ ਕੇ ਕਈ ਸਵਾਲ ਚੱਕੇ ਹੈ। ਔਰ ਇਸ ਦੇ ਨਾਲ ਨਵਜੋਤ ਸਿੰਘ ਸਿੱਧੂ ਦੇ ਕਰਤਾਰਪੁਰ ਸਾਹਿਬ ਜਾ ਕੇ ਅਰਦਾਸ ਕਰਨ ਦੇ ਮਾਮਲੇ ਨੂੰ ਵੀ ਲੈ ਕੇ ਕਾਫੀ ਸਵਾਲ ਚੱਕੇ ਹੈ। ਕੀ ਕਹਿਣਾ ਤੁਹਾਡਾ ਇਸ ਬਾਰੇ? ਦੇਖੋ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਵਿਕਰਮ ਮਜੀਠੀਆ ਨੇ ਪ੍ਰੈਸ ਕਾਨਫਰੰਸ ਕੀਤੀ, ਸੈਸ਼ਨ ਬੁਲਾਉਣ ਦੇ ਉੱਤੇ ਚਰਨਜੀਤ ਚੰਨੀ ਦੀ ਸਰਕਾਰ ਦੇ ਉੱਤੇ ਉਹਨਾਂ ਨੇ ਸਵਾਲ ਖੜੇ ਕੀਤੇ। ਮੈਨੂੰ ਇਹ ਲੱਗਦਾ ਕਿ ਵਿਰੋਧੀ ਧਿਰਾਂ ਇਸ ਵਕਤ ਚਿੰਤਾ ਦੇ ਵਿੱਚ ਨੇ। ਵਿਰੋਧੀ ਧਿਰਾਂ ਇਸ ਕਰਕੇ ਚਿੰਤਤ ਨੇ, ਇੱਕ ਤਾਂ ਚਰਨਜੀਤ ਚੰਨੀ ਉਹਨਾਂ ਦੀ ਸਰਕਾਰ ਹੈ ਜਿਹੜੀ ਕਈ ਲੋਕ ਭਲਾਈ ਦੇ ਫੈਸਲੇ ਕਰ ਰਹੀ ਹੈ। ਔਰ ਕੱਲ ਨਵਜੋਤ ਸਿੰਘ ਸਿੱਧੂ ਔਰ ਚਰਨਜੀਤ ਚੰਨੀ ਉਹਨਾਂ ਨੇ ਸਾਂਝੇ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ। ਚਰਨਜੀਤ ਚੰਨੀ ਦੀ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਸੁਝਾਅ ਸੀ, ਜਿਹੜੇ ਨੈਤਿਕਤਾ ਦੇ ਆਧਾਰ ਤੇ ਨਿਯੁਕਤੀਆਂ ਸੀ, ਭਾਵੇਂ ਉਹ ਐਡਵੋਕੇਟ ਜਨਰਲ ਦੀ ਨਿਯੁਕਤੀ ਸੀ, ਉਹਨਾਂ ਦਾ ਅਸਤੀਫਾ ਹੋ ਗਿਆ ਸੀ, ਉਹ ਪ੍ਰਵਾਨ ਕਰਨ ਦਾ ਐਲਾਨ ਕਰਤਾ ਚਰਨਜੀਤ ਚੰਨੀ ਨੇ। ਔਰ ਅੱਜ ਬਹੁਤ ਸੰਭਾਵਨਾ ਹੈ ਕਿ ਨਵੇਂ ਐਡਵੋਕੇਟ ਜਨਰਲ ਦੀ ਨਿਯੁਕਤੀ ਹੋਏਗੀ। ਇਸੇ ਤਰ੍ਹਾਂ ਜਿਹੜੇ ਡੀਜੀਪੀ ਹੈ ਉਹ ਵੀ ਚਰਨਜੀਤ ਚੰਨੀ ਨੇ ਕਹਿ ਦਿੱਤਾ ਕਿ ਪੈਨਲ ਦੇ ਵਿੱਚ ਅਸੀਂ UPSC ਨੂੰ ਨਾਮ ਭੇਜੇ ਹੋਏ ਨੇ, ਜਿੱਦਾਂ ਹੀ ਨਾਮ ਆਉਂਦੇ ਨੇ ਅਸੀਂ ਨਵੇਂ ਡੀਜੀਪੀ ਦੀ ਨਿਯੁਕਤੀ ਕਰਾਂਗੇ। ਮਤਲਬ ਕਿ ਨਵਜੋਤ ਸਿੰਘ ਸਿੱਧੂ ਦੀਆਂ ਦੋਵੇਂ ਮੰਗਾਂ ਸੀ ਜਿਹੜੀਆਂ ਨੈਤਿਕਤਾ ਦੇ ਆਧਾਰ ਤੇ, ਕਿ ਅਗਰ ਇਹ ਅਫਸਰਾਂ ਨੂੰ ਨਾਲ ਆ ਕੇ ਅਸੀਂ ਕੋਈ ਹੋਰ ਅਫਸਰ ਲਾ ਲਈਏ
ਤੇ ਉਹਦੇ ਨਾਲ ਜੀ। ਅਸੀਂ ਘੱਟੋ ਘੱਟ ਇਹ ਜ਼ਰੂਰ ਪੰਜਾਬ ਦੇ ਲੋਕਾਂ ਨੂੰ ਗੱਲ ਕਹਿ ਸਕਦੇ ਹਾਂ ਕਿ ਹੁਣ ਜਿਹੜੀ ਇਹਨਾਂ ਮਾਮਲਿਆਂ ਦੀ ਜਾਂਚ ਹੋਈ ਹੈ, ਉਹ ਹੋ ਰਹੀ ਹੈ, ਉਹ ਅਫਸਰ ਕਰ ਰਹੇ ਨੇ ਜਿਨ੍ਹਾਂ ਦਾ ਪਹਿਲਾਂ ਇਹਨਾਂ ਕੇਸਾਂ ਦੇ ਨਾਲ ਕੋਈ ਜੀ। ਸੰਬੰਧ ਨਹੀਂ ਸੀ। ਗੱਲ ਨੈਤਿਕਤਾ ਦੀ ਸੀ, ਨਵਜੋਤ ਸਿੰਘ ਸਿੱਧੂ ਨੇ ਬਤੌਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰੱਖੀ, ਜੀ। ਉਹ ਗੱਲ ਪ੍ਰਵਾਨ ਹੋ ਗਈ, ਸਪਸ਼ਟ ਹੋ ਗਿਆ। ਪਰ ਕਿਤੇ ਨਾ ਕਿਤੇ ਅਕਾਲੀ ਦਲ ਵੱਲੋਂ ਇਹ ਕਹਿਣਾ ਕਿ ਸੈਸ਼ਨ ਬੁਲਾਉਣਾ ਹੈ ਜਿਹੜਾ, ਇਹ ਜ਼ਿਆਦਾ ਵਧੀਆ ਸੈਸ਼ਨ ਨਹੀਂ ਚੱਲ ਰਿਹਾ, ਚੰਨੀ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਹੋ ਰਹੇ ਨੇ। ਮੈਨੂੰ ਲੱਗਦਾ ਹੈ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਚਿੰਤਾ ਹੈ ਕਿ ਪੰਜਾਬ 'ਚ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਨਾਲ ਮੁੱਦਿਆਂ ਤੇ ਖੜੇ ਨੇ, ਮੁੱਦਿਆਂ ਦੀ ਸਿਆਸਤ ਕਰ ਰਹੇ ਨੇ, ਉਹਦੇ ਨਾਲ ਪੰਜਾਬ 'ਚ ਵਿਰੋਧੀ ਪਾਰਟੀਆਂ ਕੋਲੇ ਥਾਂ ਨਹੀਂ ਮਿਲਿਆ। ਲੋਕ ਵਿਰੋਧੀ ਪਾਰਟੀਆਂ ਦੇ ਨਾਲ ਵੀ ਸੰਤੁਸ਼ਟ ਨਹੀਂ ਹੈ, ਜਿਸ ਤਰ੍ਹਾਂ ਨਾਲ ਵਿਰੋਧੀ ਪਾਰਟੀਆਂ ਕੰਮ ਕਰ ਰਹੀਆਂ ਨੇ। ਸ਼ਾਇਦ ਉਹਦੇ ਤੋਂ ਵੀ ਜਿਹੜੇ ਪੰਜਾਬ ਪੋਲੀਟੀਕਲ ਪਾਰਟੀਆਂ ਨੂੰ ਲੱਗਦਾ ਕਿ ਲੋਕ ਸੰਤੁਸ਼ਟ ਨਹੀਂ ਹੈ, ਇਸ ਕਰਕੇ ਇਸ ਤਰੀਕੇ ਦੇ ਇਲਜ਼ਾਮ ਵੀ ਕਈ ਵਾਰੀ ਪੋਲੀਟੀਕਲ ਪਾਰਟੀਆਂ ਲਾਉਂਦੀਆਂ ਨੇ। ਔਰ ਜਿਵੇਂ ਇੱਕ ਵਾਰੀ ਫੇਰ ਬਿਕਰਮ ਮਜੀਠੀਆ ਨੇ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਸ਼੍ਰੀ ਕਰਤਾਰਪੁਰ ਸਾਹਿਬ ਦੌਰੇ ਸਮੇਂ ਜਿਹੜੀ ਉੱਥੋਂ ਦੀ ਜੱਫੀ ਦਾ ਮਾਮਲਾ ਸੀ ਉਹਨੂੰ ਚੱਕਣ ਦੀ ਕੋਸ਼ਿਸ਼ ਕੀਤੀ। ਅਸਲ 'ਚ ਗੱਲ ਬੜੀ ਸਪਸ਼ਟ ਹੈ, ਨਵਜੋਤ ਸਿੰਘ ਸਿੱਧੂ ਕਈ ਵਾਰੀ ਕਹਿ ਚੁੱਕੇ ਨੇ, ਉਹਨਾਂ ਨੇ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਭਾਸ਼ਣ 'ਚ ਵੀ ਕਿਹਾ ਸੀ ਕਿ ਗੁਰੂ ਦੇ ਲਾਂਘੇ ਦੇ ਲਈ ਜਿਹੜੀ ਉਹਨਾਂ ਦੀ ਇਹ ਜੱਫੀ ਸੀ ਜੀ, ਇਸ ਕਰਕੇ ਨਿਸ਼ਚਿਤ ਤੌਰ ਦੇ ਉੱਤੇ ਇਹਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਸੋ ਪਰ ਕਿਉਂਕਿ ਵਿਰੋਧੀ ਪਾਰਟੀਆਂ ਕੋਲੇ ਨਵਜੋਤ ਸਿੰਘ ਸਿੱਧੂ ਤੇ ਸਿਆਸੀ ਇਲਜ਼ਾਮਬਾਜ਼ੀ ਕਰਨ ਦੇ ਲਈ ਕੋਈ ਆਧਾਰ ਨਹੀਂ ਹੈ, ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਕੋਈ ਨਾ ਕੋਈ ਜਿਹੜੇ ਰੁਝਾਨ ਸੀ ਉਹਨਾਂ ਨੂੰ ਆਧਾਰ ਬਣਾ ਕੇ ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ। ਪਰ ਨਵਜੋਤ ਸਿੰਘ ਸਿੱਧੂ ਮੁੱਦਿਆਂ ਤੇ ਖੜਾ ਹੈ, ਔਰ ਜੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇਗਾ, ਮੈਂ ਸੁਨੇਹਾ ਲੈ ਕੇ ਆਇਆ, ਤੇ ਉਹ ਲਾਂਘਾ ਖੁੱਲਿਆ ਵੀ ਸੀ ਔਰ ਉਹ ਖੁੱਲਿਆ ਵੀ ਹੈ। ਹੁਣ ਟੈਂਪਰੇਰੀ ਤੌਰ ਦੇ ਉੱਤੇ ਇਸ ਲਾਂਘੇ ਦੇ ਜ਼ਰੀਏ, ਕਰਤਾਰਪੁਰ ਕੋਰੀਡੋਰ ਦੇ ਜ਼ਰੀਏ ਸੰਗਤਾਂ ਨਹੀਂ ਜਾ ਰਹੀਆਂ ਕਿਉਂਕਿ ਕੋਵਿਡ ਦੀ ਸਥਿਤੀ ਸੀ, ਪਰ ਅਸੀਂ ਆਸ ਕਰਦੇ ਹਾਂ ਕਿ ਭਾਰਤ ਦੀ ਸਰਕਾਰ ਜਲਦ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਜ਼ਰੀਏ ਦੁਬਾਰਾ ਪੰਜਾਬ ਦੇ, ਦੇਸ਼ ਦੇ, ਭਾਰਤ ਦੇ, ਦੁਨੀਆ ਦੇ ਲੋਕਾਂ ਨੂੰ ਮਨਜ਼ੂਰੀ ਦੇਵੇਗੀ ਕਿ ਉਹ ਸ਼੍ਰੀ ਕਰਤਾਰਪੁਰ ਸਾਹਿਬ ਦੇ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਜਾ ਸਕਣ। ਆਸਵੰਦ ਹਾਂ ਸੀ। ਇੱਕ ਦਿਨ ਦਾ ਸੈਸ਼ਨ 8 ਤਰੀਕ ਨੂੰ ਸੱਦਿਆ ਗਿਆ ਸੀ ਔਰ 8 ਨੂੰ ਇਹ ਕਹਿ ਕੇ ਸੱਦਿਆ ਗਿਆ ਸੀਗਾ ਕਿ ਅਸੀਂ ਇੰਪੋਰਟੈਂਟ ਮੁੱਦੇ, ਚਾਹੇ ਉਹ BSF ਦੀ ਜੂਰਿਸਡਿਕਸ਼ਨ ਦੀ ਆ, ਚਾਹੇ ਉਹ ਹੋਰ ਮੁੱਦੇ, ਉਹ ਡਿਸਕਸ ਕਰਾਂਗੇ। ਮਗਰ ਰਾਤ ਦੇ 10 ਵਜੇ ਪ੍ਰੋਗਰਾਮ ਬਦਲ ਕੇ ਕੇਵਲ ਤੇ ਕੇਵਲ ਉਹਨੂੰ ਸ਼ਰਧਾਂਜਲੀ ਸਮਾਰੋਹ 'ਚ ਬਦਲ ਕੇ ਇੱਕ ਦਿਨ ਦਾ ਸੈਸ਼ਨ ਕਰਤਾ। ਔਰ ਸ਼ਾਇਦ ਪਿਛਲੇ ਲੰਮੇ ਸਮੇਂ 'ਚ ਕਦੇ ਨਹੀਂ ਹੋਇਆ ਕਿ ਸੈਸ਼ਨ ਸੱਦਿਆ ਗਿਆ ਹੋਵੇ, ਸ਼ਰਧਾਂਜਲੀਆਂ ਤੱਕ ਸੀਮਿਤ ਕਰਕੇ 2 ਦਿਨ ਦੀ ਅੱਗੇ ਬ੍ਰੇਕ ਦੇ ਦਿੱਤੀ ਕਿ ਅਸੀਂ ਹੁਣ 11 ਨੂੰ ਸੱਦਾਂਗੇ। ਇਸ ਗੱਲ ਤੋਂ ਕੀ ਗੱਲ ਸਾਫ਼ ਹੋਈ ਹੈ ਕਿ ਇਹ ਜਿਹੜਾ ਸੈਸ਼ਨ ਹੈ, ਮੈਂ ਪੰਜਾਬ ਦੇ ਲੋਕਾਂ ਨੂੰ ਇਹ ਬੇਨਤੀ ਕਰਦਾ ਕਿ ਇਹ ਸੈਸ਼ਨ ਤੋਂ ਆਸ ਕੋਈ ਨਾ ਰੱਖਿਓ। ਜਿਵੇਂ ਪੰਜਾਬ ਦੀ ਕਾਂਗਰਸ ਸਰਕਾਰ ਦਾ ਇੱਕ ਇਕੱਲਾ ਜੁਮਲਾ ਹੈ, ਇਹ ਸੈਸ਼ਨ ਇੱਕ ਜੁਮਲਾ ਬਣ ਕੇ ਰਹਿ ਜਾਣਾ, ਕਿਉਂਕਿ ਸੈਸ਼ਨ 'ਚ ਜਿੰਨੇ ਵੀ ਇਹਨਾਂ ਨੇ ਮੁੱਦੇ ਰੱਖੇ ਆ ਉਹਦੇ ਨਾਲ ਪੰਜਾਬ ਦੀ ਲੋਕਾਂ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਆਉਣੀ। ਇਹ ਕੇਵਲ ਤੇ ਕੇਵਲ ਇੱਕ ਜੁਮਲਾ, ਇਲੈਕਸ਼ਨ ਨੂੰ ਸਮਰਪਿਤ ਇੱਕ ਮੈਂ ਕਹਿ ਸਕਦਾ ਇਹਨਾਂ ਦਾ ਇੱਕ ਕਾਰਵਾਈ ਹੈ, ਇੱਕ ਜਿਵੇਂ ਤੁਸੀਂ ਸਮਝ ਲਓ ਇੱਕ ਸਟੇਜ ਸ਼ੋਅ ਹੈ। ਔਰ ਇੰਨੇ ਅਫਸੋਸ ਦੀ ਗੱਲ ਹੈ ਕਿ ਜਦੋਂ ਪੰਜਾਬ ਇੱਕ ਪਾਸੇ ਅਸੀਂ ਆਪਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਹੀਂ ਕਰ ਪਾ ਰਹੇ, ਰੋਜ਼ ਟੀਚਰ ਸਾਹਿਬਾਨਾਂ ਨੂੰ ਕੁੱਟ ਪੈਂਦੀ ਹੈ, ਮੁਲਾਜ਼ਮਾਂ ਦੀਆਂ ਤਨਖਾਹਾਂ ਨਹੀਂ ਜਾਰੀ ਹੁੰਦੀਆਂ, ਗੰਨੇ ਦੇ ਬਕਾਏ ਰਹਿੰਦੇ ਆ, ਕਿਸਾਨ ਖੁਦਕੁਸ਼ੀ ਕਰ ਰਹੇ ਆ, ਉਹਨਾਂ ਹਾਲਾਤਾਂ 'ਚ ਤੁਸੀਂ ਇੱਕ ਸਫ਼ੇ ਦੀ ਐਡ ਦਿਓ ਔਰ ਉਹ ਝੂਠੀ ਐਡ ਦਿਓ ਕਿ ਡੀਜ਼ਲ ਪੈਟਰੋਲ ਸਸਤਾ ਹੋ ਗਿਆ। ਅੱਜ ਦੀ ਅਖਬਾਰਾਂ ਨੇ, ਕੱਲ੍ਹ ਦੀ ਅਖਬਾਰਾਂ ਨੇ, TV ਚੈਨਲਾਂ ਨੇ ਸਾਰੀ ਪੋਲ ਖੋਲਤੀ ਆ ਕਿ ਸਸਤਾ ਨਹੀਂ ਹੋਇਆ। ਵੇਖੋ, ਇਹ ਗੱਲ ਮੈਂ ਕੱਲ੍ਹ ਵੀ ਕੀਤੀ ਸੀ, ਮਗਰ ਅਫਸੋਸ ਦੀ ਗੱਲ ਹੈ ਕਿ ਕਰੋੜਾਂ ਰੁਪਈਆ ਖਰਚ ਕਰਤਾ। ਉਸੇ ਤਰ੍ਹਾਂ 1 ਕਰੋੜ ਖਰਚ ਆਉਣਾ ਸੈਸ਼ਨ ਤੇ ਸੈਸ਼ਨ ਇੱਕ ਜੁਮਲਾ ਬਣ ਕੇ ਰਹਿ ਜਾਣਾ। ਡੱਲਾ ਸਾਹਿਬ, ਚਰਨਜੀਤ ਸਿੰਘ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਨਾਂ ਦੇ ਨਾਲ ਨਵਜੋਤ ਸਿੰਘ ਸਿੱਧੂ ਵੀ ਸੀਗੇ ਔਰ ਕਾਫੀ ਵੱਡੀਆਂ ਗੱਲਾਂ ਕੀਤੀਆਂ ਤੇ ਪੰਜਾਬ ਨੂੰ ਰਾਹਤ ਦੇਣ ਦੀ ਗੱਲ ਕੀਤੀ ਹੈ। ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ?
ਉਧਰ ਜਿਹੜਾ ਤੁਹਾਡਾ ਸਵਾਲ ਹੈ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਜੀ। ਸਿੱਧੂ ਦੀ ਜਿਹੜੀ ਸਾਂਝੀ ਪ੍ਰੈਸ ਕਾਨਫਰੰਸ ਸੀ, ਉਹਦੇ ਚ ਕਈ ਕੇਂਦਰ ਬਿੰਦੂ ਰਹੇ। ਰੇਤ ਦਾ ਮੁੱਲ ਚਰਨਜੀਤ ਚੰਨੀ ਉਹਨਾਂ ਨੇ ਘਟਾਇਆ, ਚਰਨਜੀਤ ਚੰਨੀ ਉਹਨਾਂ ਨੇ ਰੇਤ ਦਾ ਮੁੱਲ ਹੈ ਜਿਹੜਾ ਉਹ ਘਟਾਇਆ। ਇਸ ਤੋਂ ਇਲਾਵਾ ਜਿਹੜੇ ਸਾਡੇ ਪਿੰਡਾਂ ਦੇ ਲੋਕ ਨੇ, ਜਿਹੜੇ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਵਿੱਚ ਜਿਹੜੀ ਮਿੱਟੀ ਸੀ ਉਹਨੂੰ ਇੱਕ ਸੀਮਾ ਤੱਕ ਵੇਚਣ ਦਾ ਹੱਕ ਹੈ ਜਿਹੜਾ ਜੀ ਉਹ ਦਿੱਤਾ ਗਿਆ ਕਿ ਤੁਹਾਨੂੰ ਰਾਇਲਟੀ ਨਹੀਂ ਦੇਣੀ ਪੈਣੀ। ਸੋ ਇਸ ਕਰ ਜਿਹੜੇ ਭੱਠਿਆਂ ਵਾਲੇ ਨੇ, ਇੱਟਾਂ ਦੇ ਭੱਠਿਆਂ ਵਾਲੇ ਹੈ, ਉਹਨਾਂ ਨੂੰ ਮਾਈਨਿੰਗ ਪਾਲਿਸੀ ਦੇ ਵਿੱਚੋਂ ਬਾਹਰ ਰੱਖਿਆ ਗਿਆ। ਬੜੇ ਵੱਡੇ ਵੱਡੇ ਫੈਸਲੇ ਹੋਏ। ਐਡਵੋਕੇਟ ਜਨਰਲ ਦੇ ਅਸਤੀਫੇ ਦੀ ਮਨਜ਼ੂਰੀ ਦਾ ਐਲਾਨ ਕੀਤਾ ਗਿਆ ਹੈ। ਡੀਜੀਪੀ ਦਾ ਪੈਨਲ ਭੇਜਿਆ ਹੋਇਆ। ਜਿੱਦਾਂ ਹੀ UPSC ਵੱਲੋਂ ਪੈਨਲ ਪ੍ਰਵਾਨ ਹੁੰਦਾ, ਨਵਾਂ ਜਿਹੜਾ ਪੈਨਲ ਆਏਗਾ। ਔਰ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰੀ ਫੇਰ ਗੱਲ ਕੀਤੀ ਪੱਤਰਕਾਰ ਸੰਮੇਲਨ 'ਚ ਕਿ ਜਦ ਤੱਕ ਅਸੀਂ ਮਾਈਨਿੰਗ ਨੂੰ ਸਰਕਾਰੀ ਕਾਰਪੋਰੇਸ਼ਨ ਨਹੀਂ ਬਣਾਉਂਦੇ, ਐਕਸਾਈਜ਼ ਨੂੰ ਸਰਕਾਰੀ ਕਾਰਪੋਰੇਸ਼ਨ ਨਹੀਂ ਬਣਾਉਂਦੇ, ਇਹਨਾਂ ਦੋਨਾਂ ਨੂੰ ਸਰਕਾਰੀ ਕਾਰਪੋਰੇਸ਼ਨ ਬਣਾਉਣ ਦੇ ਨਾਲ ਅਸੀਂ ਸੂਬੇ ਦੇ ਖਜ਼ਾਨੇ ਨੂੰ ਭਰਨ ਦੀ ਦਿਸ਼ਾ ਦੇ ਵਿੱਚ ਕੰਮ ਕਰਾਂਗੇ। ਔਰ ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਉਹ ਹਰ ਅਹਿਮ ਮਸਲੇ ਨੂੰ ਪੰਜਾਬ ਵਿਧਾਨ ਸਭਾ ਦੇ ਸੈਸ਼ਨ 'ਚ ਚੱਕਣਗੇ। ਔਰ ਪੰਜਾਬ ਦੇ ਲੋਕਾਂ ਨੂੰ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰੀ ਫੇਰ ਇਹ ਭਰੋਸਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਮੁੱਦਿਆਂ ਨਾਲ ਸਮਝੌਤਾ ਕਰਨ ਵਾਲੇ ਨਹੀਂ ਹੈ, ਨਾ ਕੀਤਾ ਨਾ ਕਰਨਗੇ। ਇੱਕ ਵਾਰੀ ਗੱਲ ਚਰਨਜੀਤ ਚੰਨੀ ਔਰ ਨਵਜੋਤ ਸਿੰਘ ਸਿੱਧੂ ਦੀ ਵੀ ਇਸ ਪ੍ਰੈਸ ਕਾਨਫਰੰਸ 'ਚ ਆਪਾਂ ਸੁਣੀ। ਪੰਜਾਬ ਸਰਕਾਰ ਪੰਜਾਬ ਦੇ ਆਮ ਲੋਕਾਂ ਦੀ ਸਰਕਾਰ ਹੈ ਤੇ ਹਰ ਆਮ ਨਾਗਰਿਕ ਨੂੰ, ਚਾਹੇ ਉਹ ਕਿਸੇ ਵਰਗ ਦਾ, ਉਹਨਾਂ ਨੂੰ ਬਰਾਬਰਤਾ ਦੇ ਹੱਕ ਤੇ ਉਹਨਾਂ ਨੂੰ ਸਹੂਲਤਾਂ ਪ੍ਰਦਾਨ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ, ਕਿਉਂਕਿ ਪੰਜਾਬ ਦੇ ਲੋਕਾਂ ਦੀ ਸਰਕਾਰ ਹੈ। ਕਰਮਚਾਰੀਆਂ ਦਾ ਵਿਸ਼ਵਾਸ ਸਰਕਾਰ ਦੇ ਵਿੱਚ ਹੋਣਾ ਚਾਹੀਦਾ ਹੈ। ਉਹਦੇ ਵਾਸਤੇ ਅਸੀਂ ਕਰਮਚਾਰੀਆਂ ਦੇ ਪਹਿਲਾਂ DA ਵੀ ਦਿੱਤੇ ਹੈ, ਉਹਨਾਂ ਨੇ ਹੜਤਾਲ ਵਾਪਸ ਲਈ ਹੈ, ਉਹਦੇ ਲਈ ਉਹਨਾਂ ਦਾ ਧੰਨਵਾਦੀ ਹਾਂ। ਤੇ ਅੱਜ ਇੱਕ ਅਹਿਮ ਫੈਸਲਾ ਕਰਕੇ ਪੰਜਾਬ ਸਰਕਾਰ ਦੀ ਕੈਬਨਿਟ ਨੇ 36,000 ਇੰਪਲਾਈਜ਼ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ। ਇਹਦੀ ਡਿਟੇਲਸ ਅਸੀਂ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਦੇ ਰਾਹੀਂ ਲਿਆ ਕੇ ਤੁਹਾਨੂੰ ਦੇਵਾਂਗੇ। ਸੋ ਇਹ ਕਰਮਚਾਰੀਆਂ ਲਈ ਇੱਕ ਬਹੁਤ ਬੜਾ ਤੋਹਫਾ ਹੈ ਕਿ ਅਸੀਂ 36,000 ਕਰਮਚਾਰੀਆਂ ਨੂੰ ਪੱਕਾ ਕਰਨ ਜਾ ਰਹੇ ਹਾਂ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਜਿਹੜੇ DC ਰੇਟ ਹੈ ਉਹ ਘੱਟ ਹੈ, ਜਿਹਦੇ ਨਾਲ ਤਨਖਾਹਾਂ ਘੱਟ ਮਿਲ ਰਹੀਆਂ। ਪੰਜਾਬ ਸਰਕਾਰ ਨੇ ਇਕੱਲੇ ਸਰਕਾਰੀ ਕਰਮਚਾਰੀਆਂ ਦੇ ਨਹੀਂ, ਪ੍ਰਾਈਵੇਟ ਦੇ ਵੀ ਮਿਨੀਮਮ ਵੇਜ ਹੈ ਜਿਹੜੇ ਉਹ ਵਧਾਉਣ ਦਾ ਫੈਸਲਾ ਕੀਤਾ ਹੈ ਤੇ 415 ਰੁਪਏ 99 ਪੈਸੇ ਪੰਜਾਬ ਸਰਕਾਰ ਜਿਹੜਾ ਰੇਟ ਹੈ 1 ਮਾਰਚ 2020 ਤੋਂ ਪਿੱਛੇ ਤੋਂ ਵਧਾਉਣ ਜਾ ਰਹੀ ਹੈ। ਵਧਾ ਦਿੱਤੇ, ਮਤਲਬ ਕੈਬਨਿਟ 'ਚ ਪਾਸ ਹੋ ਗਿਆ ਹੈ ਤੇ ਇਹਦੇ ਨਾਲ 1 ਮਾਰਚ ਤੋਂ ਲੈ ਕੇ ਅੱਜ ਤੱਕ ਦੇ DC ਰੇਟ ਮਿਨੀਮਮ ਵੇਜ ਹੈ ਜਿਹੜੇ ਉਹਦੇ ਬਕਾਏ ਵੀ ਮਿਲਣਗੇ ਤੇ ਅੱਗੇ ਨੂੰ ਵੀ ਜਿਹੜਾ 415 ਰੁਪਈਆ ਰੇਟ ਹੈ ਮਿਨੀਮਮ ਵੇਜ ਹੈ ਉਹ ਵੱਧ ਜਾਏਗਾ। ਇਹਦੇ ਨਾਲ ਆਊਟਸੋਰਸ ਖਾਸ ਤੌਰ ਤੇ ਜਿਹੜੇ ਜਿੰਨੇ ਮੁਲਾਜ਼ਮ ਹੈ ਜਾਂ ਫੈਕਟਰੀਆਂ ਦੇ ਵਿੱਚ ਜਿੰਨੇ ਮੁਲਾਜ਼ਮ ਲੱਗੇ ਹੋਏ ਆ, ਕੰਮ ਕਰਦੇ ਆ, ਪ੍ਰਾਈਵੇਟ ਕੰਮ ਕਰਦੇ ਆ, ਉਹਨਾਂ ਨੂੰ ਫਾਇਦਾ ਹੋਏਗਾ। ਰੇਟ ਜਦੋਂ ਫਿਕਸ ਨਹੀਂ ਹੁੰਦਾ, ਸਪਲਾਈ ਤੇ 170 ਸਾਲ ਦੀ ਪਈ ਹੈ ਪੰਜਾਬ 'ਚ, ਸਪਲਾਈ ਰੋਕ ਦਿੱਤੀ ਜਾਂਦੀ ਹੈ। ਔਰ ਜਿਹੜੀ ਟਰਾਲੀ ਮੈਂ ਰਿਕਮੈਂਡ ਕਰਦਾ ਸੀਗਾ 1000 ਰੁਪਏ ਦੀ, ਕਿਉਂਕਿ ਟਰਾਲੀ ਦਾ ਰੇਟ ਫਿਕਸ ਹੋਣਾ ਚਾਹੀਦਾ। 1200, 1000, 1300, ਉਹ 5000 ਦੀ ਵੀ ਵਿਕੀ ਹੈ, ਉਹ 10000 ਦੀ ਵੀ ਵਿਕੀ ਹੈ। ਔਰ ਇਹ ਸਟੇਟ ਦਾ ਰਿਸੋਰਸ ਹੈ। ਜਿਹੜੀਆਂ ਅਮੈਨਿਟੀਜ਼ ਅੱਜ CM ਸਾਹਿਬ ਦੇ ਰਹੇ ਨੇ, ਇਹ ਵਧਾਈ ਦੇ ਪਾਤਰ ਨੇ, ਪਰ ਇਹਨਾਂ ਅਮੈਨਿਟੀਜ਼ ਨੂੰ ਸਸਟੇਨ ਕਰਨ ਦੇ ਲਈ ਸਟੇਟ ਦੇ ਖਜ਼ਾਨੇ 'ਚ ਬਲ ਚਾਹੀਦਾ। ਇਹ ਤਾਂ ਹੀ ਸਸਟੇਨ ਹੋਣਗੀਆਂ। ਔਰ ਉਹ ਸਸਟੇਨ ਕਰਨ ਦੇ ਲਈ ਮੈਂ ਤੁਹਾਨੂੰ ਅੱਜ ਦਾਅਵੇ ਨਾਲ ਕਹਿਣਾ ਕਿ ਐਜੂਕੇਸ਼ਨ ਦੇ ਜਿੰਨੇ ਧਰਨੇ ਲੱਗ ਰਹੇ ਆ, ਅਗਰ ਸਰਪਲਸ 2000 ਕਰੋੜ ਰੁਪਈਆ, 1500 ਕਰੋੜ ਵੀ ਹੋਵੇ, ਇੱਕ ਧਰਨਾ ਨਹੀਂ ਲੱਗੂ। ਜਾਓ ਪੁੱਛ ਲਓ। ਇਸ ਕਰਕੇ ਇਹ ਜਿਹੜੀ ਫਾਈਨੈਂਸ਼ੀਅਲ ਸਟੈਬਿਲਿਟੀ ਹੈ, ਇਹਦੇ ਲਈ ਚਾਹੇ ਸ਼ਰਾਬ ਦੀ ਪਾਲਿਸੀ ਹੋਵੇ,
ਚਾਹੇ ਰੇਤੇ ਦੀ ਪਾਲਿਸੀ ਹੋਵੇ, ਇਹ ਬਹੁਤ ਜ਼ਰੂਰੀ ਹੈ। ਔਰ ਅੱਜ ਸੀਐਮ ਨੇ ਪਹਿਲੀ ਪੌੜੀ ਚੜੀ, ਇੱਕ ਐਸਾ ਇਤਿਹਾਸ ਰਚਿਆ ਕਿ ਪਹਿਲੀ ਵਾਰ ਅੱਜ ਇਹ ਹੋਇਆ ਕਿ ਜੀ ਰੇਤੇ ਦਾ ਰੇਟ ਫਿਕਸ ਹੋਊਗਾ। ਹਾਲਾਂਕਿ ਮੈਂ ਇਹਨੂੰ ਬਹੁਤ ਅੱਗੇ ਲਿਜਾਣਾ ਚਾਹੁੰਦਾ, ਸਟਾਕਯਾਰਡ ਬਣਾਉਣਾ ਚਾਹੁੰਦਾ। ਔਰ ਇੱਕ ਗੱਲ ਸਾਰੀ ਦੁਨੀਆ ਸਮਝੇ, ਮੈਂ ਡੰਕੇ ਦੀ ਚੋਟ ਤੇ ਕਹਿਣਾ, ਮੇਰਾ ਬਹੁਤ ਅਧਿਐਨ ਹੈ ਇਹਦੇ ਉੱਤੇ, ਕਿਉਂਕਿ ਮੈਂ ਜਾਣਦਾ ਕਿ ਪੰਜਾਬ ਦੀ ਸਰਵਾਈਵਲ ਇਹਦੇ ਨਾਲ ਜੁੜੀ ਹੋਈ ਹੈ। ਉਹ ਕੀ ਹੈ ਕਿ there is nothing called the sand mafia, it is the transport mafia। ਰੇਤਾ ਬੁੱਕਲ 'ਚ ਨਹੀਂ ਕੋਈ ਲਿਜਾ ਸਕਦਾ, ਰੇਤਾ ਟਰੱਕਾਂ 'ਚ ਜਾਂਦਾ। ਔਰ ਅਗਰ ਸਟਾਕ ਯਾਰਡ 'ਚੋਂ ਸਰਕਾਰੀ ਟਰੱਕਾਂ ਦੇ ਵਿੱਚ ਜਾਏਗਾ ਤੇ ਉਹ ਸਰਕਾਰੀ ਟਰੱਕ ਦਾ ਰੰਗ ਹੋਏਗਾ। ਇਹ ਨਹੀਂ ਆ ਵੀ ਛੋਟੀ ਜੀ ਸੜਕ ਦੇ ਉੱਤੇ ਜਿਹੜਾ ਮਰਜ਼ੀ ਟਿੱਪਰ ਦੜਾਤਾ, ਤੇ ਫਿਰ ਉਹਦੀ ਚੈਕਿੰਗ ਹੋ ਸਕਦੀ ਹੈ। ਰੇਟ, ਵੇਟ ਤੇ ਡੇਟ 2015 ਦੇ ਵਿੱਚ ਨੋਟੀਫਿਕੇਸ਼ਨ ਹੋਈ ਅਕਾਲੀ ਸਰਕਾਰ 'ਚ ਕਿ ਜਿਹੜੇ ਟਰੱਕ ਤੇ ਡੇਟ, ਰੇਟ ਔਰ ਵੇਟ ਨਹੀਂ ਹੈ ਉਹਨੂੰ ਇੰਪਾਊਂਡ ਕੀਤਾ ਜਾਏ। 7 ਸਾਲਾਂ 'ਚ ਦੱਸੋ ਕਿੰਨੇ ਟਰੱਕ ਇੰਪਾਊਂਡ ਹੋਏ ਆ? ਦੱਸੋ, ਇੱਕ ਹੋਇਆ ਹੋਵੇ ਤਾਂ ਦੱਸੇ। ਬਾਹਰੋਂ ਟਰੱਕ ਆਉਂਦਾ, ਪਠਾਨਕੋਟ ਤੋਂ ਟਰੱਕ ਆਉਂਦਾ, ਗੁੰਡਾ ਟੈਕਸ ਲਿੱਤਾ ਜਾਂਦਾ ਉਹਨਾਂ ਤੋਂ 5000, ਕਿਸੇ ਤੋਂ 7000, ਅਗਲਾ 25000 26000 ਦਾ ਟਰੱਕ ਲੈ ਕੇ ਆਉਂਦਾ ਬਾਹਰੋਂ, ਤੇ ਇੱਥੇ 15000 ਦਾ ਵੇਚਦਾ ਹੈ। ਠੀਕ ਹੈ, ਉਹ ਫਿਰ ਪ੍ਰੋਫਿਟ ਚਾਹੁੰਦਾ, ਤੇ ਕਿਉਂ ਨਾ ਉਹ 7000 ਜੀਐਸਟੀ ਦੇ ਰੂਪ ਦੇ ਵਿੱਚ ਅਸੀਂ ਐਕਸੈਪਟ ਕਰੀਏ ਬਈ, ਤੇ 300 ਕਰੋੜ ਰੁਪਇਆ ਸਾਲ ਕਿਉਂ ਨਾ ਲਈਏ। ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਰੇਤੇ ਦੀ ਗੱਲ ਕਰ ਰਿਹਾ, ਜਿੱਦਣ ਰੇਤੇ ਦੇ ਰੇਟ ਫਿਕਸ ਹੋ ਗਏ 170 ਸਾਲ ਦਾ, ਤੁਹਾਨੂੰ ਮੈਂ ਉਦਾਹਰਣ ਦੇ ਰਿਹਾ, ਚੈੱਕ ਕਰੋ। ਅਕਾਲੀ ਸਰਕਾਰ ਨੇ ਇੱਕ ਸਾਲ ਦੇ ਵਿੱਚ ਲਗਾਤਾਰ 10 ਸਾਲ ਚੋਰੀ ਦੀ ਇੰਤਹਾ ਦੇਖੋ, ਲਗਾਤਾਰ 10 ਸਾਲ ਹਰ ਸਾਲ ਐਵਰੀ ਈਅਰ 40 ਕਰੋੜ ਰੁਪਈਆ ਜਮ੍ਹਾਂ ਕਰਾਇਆ ਇੱਕ ਸਾਲ ਦਾ, ਤੇ ਤੇਲੰਗਾਨਾ ਇੱਕ ਹਫ਼ਤੇ 'ਚ 47 ਕਰੋੜ ਰੁਪਈਆ ਕਮਾਉਂਦਾ ਇੱਕ ਦਰਿਆ ਤੋਂ। ਲਓ ਜਿੱਥੇ ਮਰਜ਼ੀ ਬਹਾਲ। ਸੋ ਖਬਰ ਪੜਤਾਲ ਵਿੱਚ ਅੱਜ ਇੰਨਾ ਹੀ। ਕੱਲ ਅਸੀਂ ਫਿਰ ਨਵੀਂ ਖਬਰਾਂ ਤੇ ਨਵੀਂ ਚਰਚਾ 'ਤੇ ਗੱਲ ਕਰਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ। ਧੰਨਵਾਦ। ਬਹੁਤ ਬਹੁਤ ਧੰਨਵਾਦ ਮਹਾਰਾਜ ਸਾਹਿਬ, ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ। ਹਾਂ, ਤਾਂ ਮੈਂ ਦੱਸ ਰਿਹਾ, ਅੱਜ ਤੁਸੀਂ ਮੈਨੂੰ ਇਹ ਸਵਾਲ ਇੱਕ ਮਿੰਟ, ਤੁਸੀਂ ਮੈਨੂੰ ਇਹ ਸਵਾਲ ਪਹਿਲਾਂ ਕੀਤਾ ਸੀ, ਮੈਂ ਜਵਾਬ ਨਹੀਂ ਦਿੱਤਾ, ਮਗਰ ਅੱਜ ਮੈਂ ਪਿਛੋਕੜ ਵੇਖ ਕੇ, ਜਿਵੇਂ ਹੁੰਦਾ ਨਾ ਵੇਖ ਕੇ ਬੰਦੇ ਦਾ ਅੱਗਾ ਪਿੱਛਾ, ਮੈਂ ਤੁਹਾਨੂੰ ਦੱਸ ਦਿੰਦਾ, ਇਹਨੇ ਨਹੀਂ ਰਹਿਣਾ ਇੱਥੇ, ਇਹ ਪੰਜੇ ਨਾਲ ਨਹੀਂ ਰਹਿੰਦਾ ਹੈ। ਪਤਾ ਨਹੀਂ ਝਾੜੂ ਦੇ ਸਿਰ ਤੇ ਹੋਊਗਾ, ਜਾਂ ਇਹ ਝਾੜੂ ਥੱਲੇ ਹੋਊਗਾ, ਜਾਂ ਇਹ ਝਾੜੂ ਤੇ ਹੋਊਗਾ, ਹੋਊਗਾ ਕਿਤੇ ਝਾੜੂ ਦੇ ਆਲੇ ਦੁਆਲੇ। ਅੱਜ ਸੂਤਰ ਹੀ ਦੱਸ ਰਹੇ ਆ, ਨਹੀਂ ਰਹਿਣਾ ਇਹਨੇ। ਦੇਖੋ, ਮੈਨੂੰ ਬੜੀ ਕਮਾਲ ਦੀ ਗੱਲ ਲੱਗਦੀ ਹੈ ਬਈ ਅਸੀਂ ਤਾਂ ਅਰਵਿੰਦ ਕੇਜਰੀਵਾਲ ਜਾਂ ਉਹਦੇ ਕੋਈ ਟੀਮ ਦੇ ਮੈਂਬਰ ਨੂੰ ਮਿਲੇ ਨਹੀਂ। ਪਹਿਲਾਂ ਕੈਪਟਨ ਅਮਰਿੰਦਰ ਨੇ ਕਿਹਾ ਵੀ ਇਹ 3 ਵਾਰ ਮਿਲਿਆ, ਸੋ ਜਾਂ ਤਾਂ ਇਹ ਉਹਨਾਂ ਨੂੰ ਮਿਲਦੇ ਹੈ। ਹੁਣ ਮੈਨੂੰ ਲੱਗਦਾ ਮਜੀਠੀਆ ਮਿਲਿਆ ਲੱਗਦਾ, ਕਿਉਂਕਿ ਜਿਹੜਾ ਉਹਨੇ ਦੱਸਿਆ ਵੀ ਸਿੱਧੂ ਸਾਹਿਬ ਕਿੱਥੇ ਮਿਲੇ, ਕਿਉਂ ਮਿਲਣ ਆਏ, ਇਹਨਾਂ ਨੂੰ ਕੌਣ ਦੱਸਦਾ ਹੈ? ਕਿ ਜਿਹੜਾ ਤੁਹਾਡਾ ਸੂਤਰ ਹੈ ਨਾ, ਉਹੀ ਪ੍ਰੋਬਲਮ ਰਹੀ ਹੈ, ਕਿਉਂਕਿ ਜਿਹੜੇ ਤੁਹਾਡੇ ਜਿਹੜੇ ਸੂਤਰ ਜੁੜੇ ਹੋਏ ਸੀ ਨਾ ਕੈਪਟਨ ਅਮਰਿੰਦਰ ਨਾਲ, ਪਹਿਲਾਂ ਉਹਨਾਂ ਨੇ ਸਤਿਆਨਾਸ਼ ਕੀਤਾ ਹੈ ਨਾ। ਇਹ ਜਿਹੜੇ ਸੂਤਰ ਅੰਦਰੋਂ ਦੀ ਅੰਦਰੋਂ ਤੁਸੀਂ ਰਾਤਾਂ ਨੂੰ ਬੈਠ ਕੇ ਡਰੱਗ ਲਾਰਡਸ ਦੇ ਨਾਲ ਜੁੜੇ ਸੀ, ਤੁਸੀਂ ਆਪਣੀਆਂ ਜਿਪਸੀਆਂ ਪ੍ਰੋਵਾਈਡ ਕੀਤੀਆਂ, ਤੁਸੀਂ ਆਪਣੇ ਘਰ 'ਚ ਉਹਨਾਂ ਨੂੰ ਰੱਖਿਆ, ਡਰੱਗ ਲਾਰਡਸ ਨੂੰ ਰੱਖਿਆ, ਤਾਂ ਉਹਨਾਂ ਦੇ ਸੂਤਰ ਇਸ ਲਈ ਜੁੜੇ ਹੋਏ ਹੈ ਕਿਉਂਕਿ ਉਹ ਬਚਣਾ ਚਾਹੁੰਦੇ ਹੈ। ਉਹਨਾਂ ਨੂੰ ਇਹ ਲੱਗਦਾ ਹੈ ਵੀ ਸਿੱਧੂ ਰਿਪੋਰਟ ਦੇ ਪਿੱਛੇ ਪਿਆ। ਤੁਹਾਨੂੰ ਕੀ ਪ੍ਰੋਬਲਮ ਹੈ? ਆਉਣ ਦਿਓ ਰਿਪੋਰਟ। ਤੁਹਾਨੂੰ ਇਹ ਪ੍ਰੋਬਲਮ ਹੈ ਵੀ ਭੋਲੇ ਨੇ ਪਹਿਲੀ ਪੇਜ ਤੇ ਤੁਹਾਡਾ ਨਾਮ ਲਿੱਤਾ, ਤੁਹਾਡਾ ਨਾਮ ਆਊਗਾ ਸਭ ਦੇ ਅੱਗੇ।